ਗੁੱਡ ਮਾਰਨਿੰਗ ਬੱਚਿਓ। ਅੱਜ ਅਸੀਂ ਕਰਾਂਗੇ ਅਗਲਾ ਲੇਖ ਪੰਜਾਬ ਦੀ ਲੋਕਧਾਰਾ ਅਤੇ ਮਾਨਵੀ ਚੇਤਨਾ, ਜੋਗਿੰਦਰ ਸਿੰਘ ਕੈਰੋਂ ਦਾ ਲਿਖਿਆ ਹੋਇਆ। ਲੋਕਧਾਰਾ ਕੀ ਹੁੰਦੀ ਹੈ? ਲੋਕ ਮਤਲਬ ਜਨਤਾ, ਧਾਰਾ ਮਤਲਬ ਵਹਾਅ, ਮਤਲਬ ਜੋ ਵੀ ਪ੍ਰਾਚੀਨ ਕਾਲ ਤੋਂ ਹੁਣ ਤੱਕ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਗੱਲ ਨੂੰ ਮੰਨਿਆ ਹੈ, ਜਿਸ ਗੱਲ ਨੂੰ ਉਹਨੇ ਪ੍ਰਵਾਨਗੀ ਦਿੱਤੀ ਹੈ, ਉਹਨੂੰ ਆਪਾਂ ਲੋਕਧਾਰਾ ਕਹਿ ਦਿੰਦੇ ਹਾਂ। ਜਿਵੇਂ ਸਾਡੇ ਵਿਸ਼ਵਾਸ, ਜੋ ਪਹਿਲੇ ਲੋਕਾਂ ਦੇ ਵਿਸ਼ਵਾਸ ਸੀਗੇ, ਹਾਲੇ ਵੀ ਉਹ ਸਾਡੇ ਹੈਗੇ ਆ। ਜਿਵੇਂ ਧਾਰਮਿਕ ਵਿਸ਼ਵਾਸਾਂ ਨੂੰ ਆਪਾਂ ਮੰਨ ਲਈਏ, ਜਾਂ ਸਾਡੇ ਰਸਮ ਰਿਵਾਜ ਜੋ ਪਿਛਲੇ ਲੋਕ ਵੀ, ਪੁਰਾਣੇ ਲੋਕ ਵੀ ਮੰਨਦੇ ਸੀਗੇ, ਅਤੇ ਹਾਲੇ ਤੱਕ ਅਸੀਂ ਉਹਨਾਂ ਰਸਮਾਂ ਰਿਵਾਜਾਂ ਨੂੰ, ਰੀਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਵਿੱਚ ਮੰਨਦੇ ਹਾਂ, ਉਹਨਾਂ ਨੂੰ ਹੈ ਨਾ ਨਿਭਾਉਂਦੇ ਹਾਂ। ਅਤੇ ਚੇਤਨਾ ਕੀ ਹੁੰਦੀ ਹੈ? ਬੰਦੇ ਦੀ ਬੁੱਧੀ, ਸੋਝੀ। ਹੁਣ ਦੇਖਦੇ ਹਾਂ ਜੋਗਿੰਦਰ ਸਿੰਘ ਕੈਰੋਂ ਨੇ ਇਹਨਾਂ ਦੋਨਾਂ ਦਾ ਸੰਬੰਧ ਕਿਸ ਤਰ੍ਹਾਂ ਦੱਸਿਆ। ਕੀ ਕਹਿੰਦਾ? ਚੇਤਨਾ ਦਾ ਸੰਬੰਧ ਦਿਮਾਗ ਨਾਲ ਹੈ, ਅਤੇ ਦਿਮਾਗ ਦਾ ਆਦਮੀ ਨਾਲ, ਅਤੇ ਆਦਮੀ ਦਾ ਲੋਕਧਾਰਾ ਨਾਲ। ਇੰਝ ਚੇਤਨਾ ਅਤੇ ਲੋਕਧਾਰਾ ਦਾ ਅੰਤਰ ਸੰਬੰਧ ਸਹਿਜੇ ਹੀ ਬਣ ਜਾਂਦਾ ਹੈ। ਪਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਮਾਨਵ ਚੇਤਨਾ ਅਤੇ ਮਾਨਵ ਦੀ ਚੇਤਨਾ ਵਿੱਚ ਕੋਈ ਅੰਤਰ ਹੈ? ਇੱਥੇ ਪ੍ਰਸ਼ਨ ਚਿੰਨ੍ਹ, ਪ੍ਰਸ਼ਨ ਕਰਦਾ ਹੈ ਲੇਖਕ ਕਿ ਇਹਨਾਂ ਦੇ ਦੋਨਾਂ ਦੇ ਵਿੱਚ ਕੋਈ ਅੰਤਰ ਹੈ। ਮਾਨਵ ਚੇਤਨਾ ਤੋਂ ਭਾਵ ਸਮੁੱਚੇ ਮਾਨਵ ਦੀ ਵਿਸ਼ਵ ਵਿਆਪੀ ਚੇਤਨਾ ਤੋਂ ਹੈ, ਜਾਂ ਕਿਸੇ ਸੰਬੰਧਿਤ ਸਮਾਜ ਜਾਂ ਸੱਭਿਆਚਾਰਕ ਭਾਈਚਾਰੇ ਦੀ ਚੇਤਨਾ ਤੋਂ, ਹੈ ਨਾ। ਹੁਣ ਇੱਥੇ ਫਿਰ ਇੱਕ ਪ੍ਰਸ਼ਨ ਕਰਦਾ। ਕੀ ਪ੍ਰਸ਼ਨ ਹੈ? ਕਿ ਹੁਣ ਜਿਹੜੀ ਮਾਨਵ ਦੀ ਚੇਤਨਾ ਹੈ, ਉਹ ਤੋਂ ਤੁਸੀਂ ਕੀ ਅਰਥ ਲੈਂਦੇ ਹੋ? ਇੱਕ ਸਮਾਜ ਦੀ, ਇੱਕ ਛੋਟੇ ਜਿਹੇ ਸਮੂਹ ਦੀ ਚੇਤਨਾ, ਜਾਂ ਫਿਰ ਵਿਸ਼ਵ ਵਿਆਪੀ ਚੇਤਨਾ ਜਿਹੜੀ ਕਿ ਹੁਣ ਬਣਦੀ ਜਾ ਰਹੀ ਹੈ? ਕਿਉਂਕਿ ਹੁਣ ਤਾਂ ਸਾਡੇ ਲਈ ਕੁਛ ਵੀ ਦੂਰ ਨਹੀਂ ਹੈਗਾ। ਜਿਹੜਾ ਹੁਣ ਸਾਡਾ ਸਮਾਜ ਹੈ ਨਾ, ਜੇਕਰ ਅਸੀਂ ਇੱਕ ਪਿੰਡ ਵਿੱਚ ਵੀ ਰਹਿੰਦੇ ਹਾਂ ਤਾਂ ਸਾਨੂੰ ਸਭ ਕੁਛ ਪਤਾ ਕਿ ਵਿਸ਼ਵ ਦੇ ਵਿੱਚ ਕੀ ਚੱਲਦਾ, ਕਿਹੜੇ ਦੇਸ਼ ਦੇ ਵਿੱਚ ਕੀ ਚੱਲ ਰਿਹਾ, ਕਿਹੜਾ ਉੱਥੇ ਫੈਸ਼ਨ ਚੱਲ ਰਿਹਾ, ਕਿਹੜਾ ਖਾਣ ਪੀਣ ਚੱਲ ਰਿਹਾ ਨਾ, ਜਾਂ ਕਿਹੜੀ ਇੱਥੇ ਟੈਕਨੋਲੋਜੀ ਵਰਤੀ ਜਾ ਰਹੀ ਹੈ। ਹੁਣ ਇੱਥੇ ਇਹ ਪ੍ਰਸ਼ਨ ਕਰਦਾ ਹੈ, ਕਹਿੰਦਾ ਕਿਉਂਕਿ ਇੱਕ ਪਾਸੇ ਤਾਂ ਅਸੀਂ ਨਵੀਆਂ ਕਦਰਾਂ ਕੀਮਤਾਂ ਟੈਕਨੋਲੋਜੀ ਨਾਲ ਸੰਬੰਧਿਤ ਹੋ ਕੇ ਵਿਸ਼ਵ ਪੱਧਰ ਉੱਪਰ ਇੱਕ ਖਾਸ ਕਿਸਮ ਦੀ ਸਾਂਝੀ ਚੇਤਨਾ ਨੂੰ ਆਪਣੇ ਨਿੱਜ ਦਾ ਭਾਗ ਬਣਾ ਰਹੇ ਹਾਂ, ਅਤੇ ਆਪਣੀਆਂ ਸਥਾਨਕ ਰਹੁ ਰੀਤਾਂ ਅਤੇ ਵਿਸ਼ਵਾਸਾਂ ਨੂੰ ਛੱਡ ਰਹੇ ਹਾਂ। ਦੂਜੇ ਪਾਸੇ ਨਵੇਂ ਮਸ਼ੀਨੀਕਰਨ ਅਤੇ ਮਹਾਨਗਰਾਂ ਦੇ ਸੱਭਿਆਚਾਰ ਤੋਂ ਆਪਣੀ ਪਰੰਪਰਾਗਤ ਰਵਾਇਤਾਂ ਅਤੇ ਵਿਸ਼ਵਾਸਾਂ ਨੂੰ ਢਾਹ ਲੱਗਦਿਆਂ ਵੇਖ ਕੇ ਚਿੰਤਿਤ ਹੋ ਰਹੇ ਹਾਂ, ਹੈ ਨਾ। ਗੱਲ ਤਾਂ ਬਿਲਕੁਲ ਬਣਦੀ ਹੈ, ਲੇਖਕ ਬਿਲਕੁਲ ਸਹੀ ਲਿਖ ਰਿਹਾ। ਜਾਂ ਤਾਂ ਫਿਰ ਅਸੀਂ ਬਾਹਰ ਦੇ ਜਿਹੜੇ ਰਹੁ ਰੀਤ ਹੈ ਉਹਨਾਂ ਨੂੰ ਨਾ ਮੰਨੀਏ, ਨਾ ਅਪਣਾਈਏ। ਜੇਕਰ ਅਪਣਾਉਂਦੇ ਪਏ ਹਾਂ ਤਾਂ ਫਿਰ ਜਿਹੜਾ ਸਾਡੇ ਆਪਣਾ ਸੱਭਿਆਚਾਰ ਹੈ, ਜਾਂ ਸਾਡੇ ਆਪਣੇ ਵਿਸ਼ਵਾਸ, ਰਸਮ ਰਿਵਾਜ ਹੈ, ਫਿਰ ਉਹਨਾਂ ਲਈ ਅਸੀਂ ਚਿੰਤਾ ਕਿਉਂ ਕਰਦੇ ਹਾਂ ਕਿ ਅਸੀਂ ਇਹ ਸਾਰਾ ਕੁਛ ਵਿਸਾਰ ਕੇ ਅਸੀਂ ਗਵਾ ਲੈਣਾ। ਅਤੇ ਇਸ ਤਰ੍ਹਾਂ ਇਹ ਗੱਲ ਸੋਚਣ ਵਿਚਾਰਨ ਵਾਲੀ ਹੈ। ਚੇਤਨਾ ਵਰਗੇ ਅਹਿਮ ਸਵਾਲ ਦਾ ਦਾਰਸ਼ਨਿਕ ਅਤੇ ਵਿਗਿਆਨੀ ਅਜੇ ਕੋਈ ਠੋਸ ਜਵਾਬ ਨਹੀਂ ਦੇ ਸਕੇ। ਫਿਰ ਵੀ ਇਹ ਗੱਲ ਸਰਵ ਪ੍ਰਵਾਨਿਤ ਹੋ ਚੁੱਕੀ ਹੈ ਕਿ ਚੇਤਨਾ ਦਾ ਸੰਬੰਧ ਵਿਚਾਰ, ਸੋਚ ਅਤੇ ਸਮੱਸਿਆਵਾਂ ਦੇ ਸਮਾਧਾਨ ਨਾਲ ਹੈ। ਮਨੁੱਖ ਵੱਲੋਂ ਆਪਣੇ ਆਲੇ ਦੁਆਲੇ ਨੂੰ ਅਨੁਭਵ ਕਰਨਾ ਅਤੇ ਉਹਨਾਂ ਨੂੰ ਮੁੜ ਸਿਮਰਤੀ ਦੇ ਅਭਿਆਸ ਵਿੱਚ ਲਿਆਉਣਾ ਵੀ ਚੇਤਨਾ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਸੋਚ ਅਤੇ ਵਿਚਾਰ ਦਾ ਸੰਬੰਧ ਭਾਵੇਂ ਵਿਅਕਤੀ ਨਾਲ ਹੈ, ਅਤੇ ਹਰ ਵਿਚਾਰ ਅਤੇ ਸੋਚ ਵਿਅਕਤੀਗਤ ਹੁੰਦੀ ਹੈ, ਪਰੰਤੂ ਸੱਭਿਆਚਾਰਕ ਪੱਧਰ ਉੱਪਰ ਜਦ ਇੱਕ ਨਿੱਜੀ ਸੋਚ ਕਿਸੇ ਹੋਰ ਦੂਜੇ ਦੀ ਸੋਚ ਨਾਲ ਰਲਦੀ ਹੈ ਤਾਂ ਇੱਕ ਸਾਂਝੇ ਮਨੁੱਖੀ ਅਨੁਭਵ ਦਾ ਇਤਿਹਾਸ ਬਣ ਕੇ ਸਮੂਹ ਦੀ ਸੋਚ ਦਾ ਭਾਗ ਬਣਦੀ ਹੈ। ਸੋਚ ਨੂੰ ਸਾਂਝੇ ਮਾਧਿਅਮ ਰਾਹੀਂ ਪ੍ਰਗਟਾ ਤੇ ਦੂਜੇ ਸਾਥੀਆਂ ਦੀ ਸੋਚ ਦਾ ਭਾਗ ਬਣਾਉਣਾ ਤਾਂ ਸ਼ਾਇਦ ਮਨੁੱਖ ਤੋਂ ਇਲਾਵਾ ਹੋਰ ਪ੍ਰਾਣੀਆਂ ਵਿੱਚ ਵੀ ਹੋਵੇ, ਪਰੰਤੂ ਉਸੇ ਸੋਚ ਜਾਂ ਵਿਚਾਰ ਨੂੰ ਆਪਣੇ ਪ੍ਰਗਟਾਅ ਮਾਧਿਅਮ ਦੁਆਰਾ ਪਰੰਪਰਾ ਦਾ ਹਿੱਸਾ ਬਣਾ ਕੇ ਆਪਣੀ ਸਿਮਰਤੀ ਵਿੱਚ ਵਸਾ ਲੈਣਾ ਕੇਵਲ ਮਨੁੱਖ ਦੇ ਹਿੱਸੇ ਹੀ ਆਇਆ ਹੈ। ਜਿਵੇਂ ਹੁਣ ਦੀਵਾਲੀ ਦੇ ਉੱਤੇ ਲੋਕਾਂ ਨੇ ਦੀਵੇ ਵੀ ਲੈਣੇ ਆ, ਅਤੇ ਨਾਲ ਛੋਟੀਆਂ ਛੋਟੀਆਂ ਬੁੱਗੀਆਂ, ਗੋਲ ਜਿਹੜੇ ਦੀਵੇ ਵਰਗੇ ਹੁੰਦੇ ਆ, ਉਹ ਲੈ ਲੈਂਦੇ ਆ, ਅਤੇ ਕੁੱਜੇ ਲੈ ਲੈਂਦੇ ਆ। ਅਤੇ ਜਿਹੜੇ ਵੀ ਘਰ ਦੇ ਵਿੱਚੋਂ ਕਿਸੇ ਵਡੇਰੇ ਦੀ ਮੌਤ ਹੋਈ ਹੋਵੇ ਤਾਂ ਉਹਦੇ ਨਾਂ ਦੇ ਉੱਤੇ ਕੁੱਜਾ ਕਿਸੇ ਵੀ ਸ਼ਾਇਦ ਅਨਾਜ ਵਗੈਰਾ ਦੇ ਨਾਲ ਭਰ ਕੇ ਰੱਖਦੇ ਆ। ਅਤੇ ਇਸੇ ਤਰੀਕੇ ਦੇ ਨਾਲ ਛੋਟੀਆਂ ਛੋਟੀਆਂ ਬੁੱਗੀਆਂ ਹੁੰਦੀਆਂ ਜਿਹੜੀਆਂ, ਉਹਨਾਂ ਨੂੰ ਜੇਕਰ ਕੋਈ ਬੱਚੇ ਦੀ ਮੌਤ ਹੋਈ ਹੋਵੇ, ਉਹਨਾਂ ਦੇ ਨਾਮ ਦੇ ਉੱਤੇ ਦੁੱਧ ਵਗੈਰਾ ਦੇ ਨਾਲ ਭਰ ਕੇ ਰੱਖਦੇ। ਇਹ ਕੀ ਹੈ? ਪਿਛਲੇ ਲੋਕਾਂ ਤੋਂ ਹੁਣ ਤੱਕ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ, ਉਸੇ ਤਰੀਕੇ ਦੇ ਨਾਲ ਚੱਲ ਰਿਹਾ। ਦੀਵਾਲੀ ਦੇ ਮੌਕੇ 'ਤੇ ਸਾਰਾ ਕੁਛ ਕਰਦੇ ਆ ਇਹ ਲੋਕ, ਹੈ ਨਾ। ਕਹਿੰਦਾ ਸਮੱਸਿਆਵਾਂ ਦੇ ਸਮਾਧਾਨ ਦੀ ਸੋਚ ਦਾ ਵਿਹਾਰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ
ਵੱਖਰਾ ਹੋ ਸਕਦਾ ਹੈ, ਪਰੰਤੂ ਬਹੁਤ ਸਾਰੀਆਂ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਦੇ ਹੱਲ ਜਿੰਨੀ ਦੇਰ ਵਿਗਿਆਨ ਦੁਆਰਾ ਪ੍ਰਤੱਖ ਰੂਪ ਵਿੱਚ ਸਾਹਮਣੇ ਨਹੀਂ ਆ ਜਾਂਦੇ, ਮਨੁੱਖ ਉਹਨਾਂ ਸਮੱਸਿਆਵਾਂ ਦੇ ਹੱਲ ਆਪਣੀ ਪਰੰਪਰਾ ਵਿੱਚ ਢੂੰਡਣ ਦਾ ਯਤਨ ਕਰਦਾ ਹੈ। ਪਰੰਪਰਾ ਦੀ ਸੋਚ ਦਾ ਵਧੇਰੇ ਖਜ਼ਾਨਾ ਲੋਕ ਵਿਹਾਰ, ਵਿਸ਼ਵਾਸ, ਰਵਾਇਤ, ਮਿੱਥ, ਗੀਤ, ਅਖਾਣ ਅਤੇ ਹੋਰ ਦੂਜੇ ਲੋਕ ਸਾਹਿਤ ਰੂਪਾਂ ਵਿੱਚ ਸੰਭਾਲਿਆ ਪਿਆ ਹੈ, ਜਿਨ੍ਹਾਂ ਦਾ ਸਿੱਧਾ ਸੰਬੰਧ ਲੋਕਧਾਰਾ ਨਾਲ ਹੈ। ਜਿਵੇਂ ਪਹਿਲਾਂ ਕਿਹਾ ਜਾ ਚੁੱਕਿਆ ਹੈ, ਮਨੁੱਖੀ ਚੇਤਨਾ ਵਿੱਚ ਸੋਚ ਦਾ ਸੰਬੰਧ ਸਮੱਸਿਆਵਾਂ ਦੇ ਸਮਾਧਾਨ, ਫੈਸਲੇ ਕਰਨ, ਸੁਪਨੇ ਲੈਣ ਤੇ ਸਿਰਜਣ ਨਾਲ ਹੈ। ਇਸ ਲਈ ਜੇਕਰ ਇਹ ਕਹਿ ਲਿਆ ਜਾਵੇ ਕਿ ਸਮਾਜ ਵਿੱਚ ਮਨੁੱਖ ਵੱਲੋਂ ਕਿਸੇ ਸਮੱਸਿਆ ਦੇ ਸਵੱਪਨਮਈ ਸਮਾਧਾਨ ਲਈ ਸਿਰਜਣਾਤਮਕ ਪੱਧਰ ਉੱਪਰ ਲਿਆ ਗਿਆ ਫੈਸਲਾ ਹੀ ਲੋਕ ਸਾਹਿਤ ਦਾ ਆਧਾਰ ਹੈ, ਤਾਂ ਕੋਈ ਅਤਿਕਥਨੀ ਵਾਲੀ ਗੱਲ ਨਹੀਂ ਹੋਵੇਗੀ, ਕਿਉਂਕਿ ਪਰੰਪਰਕ ਪੱਧਰ ਉੱਪਰ ਲੋਕ ਸਾਹਿਤ ਰੂਪਾਂ ਨੇ ਸੱਭਿਆਚਾਰ ਦੇ ਹਰ ਪਹਿਲੂ ਨੂੰ ਆਪਣੀ ਪਕੜ ਵਿੱਚ ਲਿਆ ਹੁੰਦਾ ਹੈ ਅਤੇ ਇਹ ਇੱਕ ਪੱਕੀ ਪੀੜ੍ਹੀ ਮਰਿਆਦਾ ਦਾ ਕੰਮ ਕਰਦੇ ਹਨ। ਮਨੁੱਖ ਕੇਵਲ ਆਪਣੇ ਆਲੇ ਦੁਆਲੇ ਵਾਪਰੀਆਂ ਅਤੇ ਹੋਈਆਂ ਬੀਤੀਆਂ ਘਟਨਾਵਾਂ ਦਾ ਜ਼ਿਕਰ ਹੀ ਨਹੀਂ ਕਰਦਾ, ਸਗੋਂ ਉਹ ਆਪਣੇ ਜੀਵਨ ਦੇ ਭਿੰਨ ਭਿੰਨ ਪਹਿਲੂਆਂ ਨੂੰ ਸਮਝਣ ਲਈ ਵੱਖ-ਵੱਖ ਜੁਗਤਾਂ ਅਤੇ ਸੰਰਚਨਾਵਾਂ ਉਸਾਰਦਾ ਹੈ। ਇਹਨਾਂ ਸੰਰਚਨਾਵਾਂ ਵਿੱਚ ਲੋਕਧਾਰਾ ਦੇ ਵੱਖ-ਵੱਖ ਰੂਪਾਂ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਜਿਵੇਂ ਹੁਣ ਤੱਕ ਅਸੀਂ ਪਿਛਲੇ ਜਿੰਨੇ ਵੀ ਨਿਬੰਧ ਪੜ੍ਹੇ ਆ, ਉਹਨਾਂ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਵਿਗਿਆਨ ਜੋ ਮਰਜ਼ੀ ਕਰ ਲਵੇ, ਸਾਡੀਆਂ ਭਾਵੇਂ ਸਮੱਸਿਆਵਾਂ ਦਾ ਉਹ ਹੱਲ ਦੱਸ ਦੇਵੇ, ਪੱਕਾ ਹੱਲ ਦੱਸ ਦੇਵੇ, ਪਰ ਫਿਰ ਵੀ ਅਸੀਂ ਜਿਹੜੇ ਪਰੰਪਰਾਗਤ ਤਰੀਕੇ ਆਪਣੇ ਉਹ ਛੱਡਦੇ ਨਹੀਂ ਹੈ। ਜਿਵੇਂ ਅੱਜ ਵੀ ਚਿਕਨ ਪੌਕਸ ਮਾਤਾ ਹੋ ਜਾਣ 'ਤੇ ਲੋਕ ਡਾਲੀ ਕਰਾਉਣ ਨੂੰ ਪਹਿਲ ਦਿੰਦੇ ਆ ਦਵਾਈ ਦੇ ਨਾਲੋਂ। ਇਹ ਸਾਹਿਤ ਸਾਡਾ ਭਰਿਆ ਪਿਆ, ਇਹ ਸਾਰੀਆਂ ਗੱਲਾਂ ਸਾਨੂੰ ਉੱਥੋਂ ਪਤਾ ਲੱਗਦੀਆਂ। ਵੈਸੇ ਜੇ ਪਿੰਡਾਂ ਵਿੱਚ ਚਲੇ ਜਾਓ ਤਾਂ ਉੱਥੇ ਸਾਹਿਤ ਪੜ੍ਹਨ ਦੀ ਵੀ ਜ਼ਰੂਰਤ ਨਹੀਂ ਹੈ। ਪੁਰਾਣੇ ਬਾਬਾ ਜੀ, ਕੋਈ ਵੀ ਬਾਬੇ ਹੈ ਨਾ, ਘਰਾਂ ਦੇ ਵਿੱਚ ਦਾਦੇ ਸਿਆਣੇ, ਉਹਨਾਂ ਨੇ ਅੱਗੇ ਸਾਡੇ ਤੱਕ ਇਹ ਪਹੁੰਚਾਈਆਂ ਹੋਈਆਂ ਗੱਲਾਂ ਕਿ ਇਸ ਕੰਮ ਦੇ ਲਈ ਸਾਨੂੰ ਆਹ ਕੰਮ ਕਰ ਲੈਣਾ ਚਾਹੀਦਾ, ਇਸ ਕੰਮ ਦੇ ਲਈ ਆਹ ਸੁੱਖ ਲਓ, ਪ੍ਰਸ਼ਾਦ ਸੁੱਖ ਲਓ, ਠੀਕ ਹੈ, ਮੰਨੀ ਚੜ੍ਹਾ ਦਿਓ, ਉਹਦੇ ਨਾਲ ਵੀ ਕਈ ਬਿਮਾਰੀਆਂ ਜਾਂ ਕੁਛ ਵੀ ਸਮੱਸਿਆਵਾਂ ਘਰ ਦੀਆਂ ਹੋ ਜਾਣੀ ਹੈ, ਹੱਲ ਨਿਕਲ ਆਉਂਦਾ ਉਹਨਾਂ ਦਾ। ਕਹਿੰਦਾ ਸੰਬੰਧਿਤ ਸੱਭਿਆਚਾਰ ਦੇ ਮਨੁੱਖਾਂ ਦੇ ਸੰਘਰਸ਼, ਭਾਵੇਂ ਉਹ ਮਾਨਸਿਕ ਪੱਧਰ ਉੱਪਰ ਚੇਤਨ ਅਣਚੇਤਨ ਦੇ ਘੋਲ ਹੋਣ, ਅਧਿਆਤਮਿਕ ਖੇਤਰ ਵਿੱਚ ਹੋਣ ਜਾਂ ਆਲੇ ਦੁਆਲੇ ਪਸਰੀ ਪ੍ਰਕਿਰਤੀ ਨਾਲ ਹੋਣ, ਲੋਕਯਾਨਕ ਰੂਪ ਉਹਨਾਂ ਵਿੱਚ ਸੁਮੇਲ ਉਤਪੰਨ ਕਰਕੇ ਮਨੁੱਖੀ ਹੋਂਦ ਦੀ ਸੀਮਾ ਨਿਸ਼ਚਿਤ ਕਰਦੇ ਹਨ, ਕਿਉਂਕਿ ਮਨੁੱਖੀ ਚੇਤਨਾ ਅਗਿਆਤ ਰੂਪ ਵਿੱਚ ਵੀ ਪ੍ਰਕਿਰਤੀ ਦੀਆਂ ਘਟਨਾਵਾਂ ਨੂੰ ਆਪਣੇ ਜੀਵਨ ਦੀਆਂ ਘਟਨਾਵਾਂ, ਤੱਥਾਂ ਅਤੇ ਅਨੁਭਵਾਂ ਦੇ ਮਾਧਿਅਮ ਨਾਲ ਸਮਝਣ ਦਾ ਯਤਨ ਕਰਦੀ ਹੈ। ਸੋ ਸੰਘਰਸ਼ ਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਭਾਵੇਂ ਉਹ ਮਾਨਸਿਕ ਹੋਵੇ, ਅਧਿਆਤਮਿਕ ਹੋਵੇ ਜਾਂ ਕੋਈ ਵੀ ਹੋਰ ਹੋਵੇ। ਜਿਵੇਂ ਅੱਜ ਵੀ ਜੋ ਵੀ ਸਾਡੇ ਸਮਾਜ ਦੀ ਸਥਿਤੀ ਹੈ, ਸਾਡੀ ਕੁਦਰਤ ਦੀ ਸਥਿਤੀ ਹੈ, ਜੋ ਸਾਡੇ ਕਾਰਨ ਅੱਜ ਬਣੀ ਹੋਈ ਹੈ, ਅਸੀਂ ਉਹਨੂੰ ਵੀ ਤਾਂ ਸਮਝਣ ਦੇ ਲਈ ਸੰਘਰਸ਼ ਕਰ ਰਹੇ ਹਾਂ। ਸੋ ਇਹ ਸੰਘਰਸ਼ ਸਾਰੀ ਜ਼ਿੰਦਗੀ ਚੱਲਦਾ ਰਹਿੰਦਾ ਹੈ। ਅੱਗੇ ਕੀ ਹੈ, ਪਰਾ ਪੱਧਰ ਉੱਪਰ ਮਨੁੱਖ ਅੰਦਰ ਜਨਮ ਜਾਤੀ ਸੰਰਚਨਾਤਮਕ ਸਮਰੱਥਾ ਹੁੰਦੀ ਹੈ, ਜੋ ਆਦਿਕਾਲੀ ਪੈਦਾਇਸ਼ੀ ਅਤੇ ਸਹਿਜ ਸੁਭਾਵਕ ਹੀ ਉਸਦੇ ਸੁਭਾਅ ਦਾ ਗੁਣ ਹੈ, ਕਿਉਂਕਿ ਮਨੁੱਖ ਇੱਕ ਘਾੜਤ ਵਿੱਚ ਸੋਚ ਕੇ ਗ੍ਰਹਿਣ ਕਰ ਰਿਹਾ ਹੈ। ਹੁਣ ਇਹ ਲੈਵਲ ਹੈ, ਪੱਧਰ ਹੈ, ਪਰਾ ਪੱਧਰ, ਜਿਹਦੇ ਵਿੱਚ ਲੇਖਕ ਦਾ ਇਹ ਕਹਿਣਾ ਹੈ ਕਿ ਸਾਡੇ ਇਨਸਾਨਾਂ ਦੇ ਵਿੱਚ ਇਹ ਸਮਰੱਥਾ ਹੁੰਦੀ ਹੈ ਕਿ ਉਹ ਕੁਝ ਸੰਰਚਨਾਵਾਂ ਕਰ ਸਕਦਾ ਹੈ, ਕੁਛ ਰਚਨਾਤਮਕ ਕੰਮ ਕਰ ਸਕਦਾ ਹੈ, ਅਤੇ ਇਹ ਉਹਦੇ ਵਿੱਚ ਜਨਮ ਤੋਂ ਹੀ ਹੁੰਦਾ, ਪੈਦਾਇਸ਼ੀ ਗੁਣ ਹੈ ਉਹਦਾ ਇਹ, ਕਿ ਕੁਝ ਨਾ ਕੁਝ ਉਹ ਕਰਦਾ ਰਹਿੰਦਾ। ਜੇਕਰ ਆਪਾਂ ਇੱਕ ਛੋਟੇ ਬੱਚੇ ਨੂੰ ਦੇਖੀਏ ਤਾਂ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਕਿ ਇਹ ਬੇਕਾਰ ਕੰਮ ਕਰ ਰਿਹਾ। ਹੁਣ ਸਾਨੂੰ ਕੀ ਪਤਾ ਕਿ ਉਹ ਵਾਕਈ ਬੇਕਾਰ ਕੰਮ ਕਰ ਰਿਹਾ, ਕੀ ਪਤਾ ਉਹਨੇ ਉਸ ਕੰਮ ਦੇ ਵਿੱਚੋਂ ਜਿਹੜਾ ਸਾਨੂੰ ਬੇਕਾਰ ਲੱਗਦਾ ਕੁਝ ਕੱਢ ਹੀ ਦੇਣਾ ਹੋਵੇ, ਕਿਉਂਕਿ ਇਨਸਾਨ ਦੀ ਬੁੱਧੀ ਇਸ ਤਰੀਕੇ ਦੇ ਨਾਲ ਚੱਲਦੀ ਰਹੀ ਹੈ, ਕੁਛ ਨਾ ਕੁਛ ਉਹ ਰਚਨਾਤਮਕ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਰਿਹਾ ਹੈ। ਅਤੇ ਹੁਣ ਤੱਕ ਜਿੰਨੀਆਂ ਖੋਜਾਂ ਹੋਈਆਂ, ਉਹਨਾਂ ਲੋਕਾਂ ਨੂੰ ਵੀ ਤਾਂ ਲੋਕ ਬੁੱਧ ਹੀ ਕਹਿੰਦੇ ਸੀਗੇ ਕਿ ਕਿਹੜੇ ਕੰਮਾਂ ਦੇ ਵਿੱਚ ਲੱਗੇ ਹੋਏ ਆ, ਅਤੇ ਬਾਅਦ ਦੇ ਵਿੱਚ ਹੀ ਪਤਾ ਲੱਗਿਆ ਕਿ ਉਹ ਤਾਂ ਸਾਡੇ ਲਈ ਲਾਭਦਾਇਕ ਕੁਛ ਦੇਣ ਦੇ ਕੇ ਚਲੇ ਗਏ ਆ। ਉਸ ਤੋਂ ਬਾਅਦ ਲੇਖਕ ਗੱਲ ਕਰਦਾ ਹੈ ਗਹਿਨ ਪੱਧਰ ਦੀ। ਗਹਿਨ ਪੱਧਰ ਉੱਪਰ ਉਹ ਭਾਸ਼ਾ, ਮਿੱਥ ਅਤੇ ਸਾਕਾਧਾਰੀ ਪ੍ਰਬੰਧ ਵਰਗੀਆਂ ਸੰਰਚਨਾਵਾਂ ਦੀ ਵਿਚਾਰ ਦੀ ਪੱਧਰ ਉੱਤੇ ਕਲਪਨਾਮਈ ਰੂਪ ਰੇਖਾ ਤਿਆਰ ਕਰਦਾ ਹੈ। ਹੁਣ ਗਹਿਨ ਪੱਧਰ ਕੀ ਹੈ,
ਭਾਸ਼ਾ ਦੇ ਨਾਲ ਸੰਬੰਧ ਹੈ, ਮਿੱਥ ਦੇ ਨਾਲ। ਮਿੱਥ ਤਾਂ ਆਪਾਂ ਰਚਦੇ ਰਹੇ, ਮਿੱਥ ਕਥਾਵਾਂ ਆਪਾਂ ਪੜ੍ਹੀਆਂ ਹੋਈਆਂ। ਸਾਕਾਦਾਰੀ ਸਾਡੇ ਆਪਣੇ ਰਿਸ਼ਤੇ ਨਾਤੇ ਇਹਨਾਂ ਦੇ ਨਾਲ ਸੰਬੰਧਿਤ ਉਹ ਸੋਚਦਾ ਹੈ ਨਾ। ਕਹਿੰਦਾ ਇਹ ਗਹਿਨ ਪੱਧਰ ਦੀ ਕਲਪਨਾ ਜਦ ਸਪਸ਼ਟ ਰੂਪ ਧਾਰਨ ਕਰਕੇ ਯਥਾਰਥ ਵਿੱਚ ਸਾਹਮਣੇ ਆਉਂਦੀ ਹੈ ਤਾਂ ਸਾਨੂੰ ਪ੍ਰਤੱਖ ਰੂਪ ਪ੍ਰਾਪਤ ਹੁੰਦੇ ਹਨ। ਮਿੱਥ ਤੋਂ ਮਨੁੱਖ ਨੈਤਿਕ ਵਿਹਾਰ ਦੀ ਗ੍ਰਾਮਰ ਸਿੱਖਦਾ ਹੈ। ਹੁਣ ਇਹ ਮਿੱਥ ਜਿਹੜੀਆਂ ਕਥਾਵਾਂ ਆਪਾਂ ਪਿੱਛੇ 11ਵੀਂ ਕਲਾਸ ਦੇ ਵਿੱਚ ਪੜ੍ਹੀਆਂ, ਉਹਨਾਂ ਤੋਂ ਸਾਨੂੰ ਨੈਤਿਕ ਕਦਰਾਂ ਕੀਮਤਾਂ ਹੀ ਮਿਲਦੀਆਂ। ਅਤੇ ਇਹਨਾਂ ਦਾ ਉਦੇਸ਼ ਵੀ ਇਹੀ ਹੁੰਦਾ ਸੀਗਾ ਕਿ ਲੋਕਾਂ ਨੂੰ ਅਕਲ ਆਵੇ, ਉਹ ਸਿੱਖੇ ਕਿ ਉਹਨੇ ਵਿਵਹਾਰ ਕਿਵੇਂ ਕਰਨਾ ਹੈ, ਕੀ ਚੰਗਾ ਹੈ ਕੀ ਮਾੜਾ ਹੈ। ਠੀਕ ਹੈ, ਵਡਿਆਈ ਕਿਸ ਇਨਸਾਨ ਦੀ ਹੁੰਦੀ ਹੈ ਜੋ ਚੰਗਾ ਕੰਮ ਕਰਦਾ ਹੈ, ਅਤੇ ਹਮੇਸ਼ਾ ਝੂਠ ਜਿਹੜਾ ਉਹ ਹਾਰਦਾ ਹੈ ਅਤੇ ਸੱਚਾਈ ਦੀ ਜਿੱਤ ਹੁੰਦੀ ਹੈ। ਅਸੀਂ ਨੈਤਿਕ ਜਿਹੜੀਆਂ ਕਦਰਾਂ ਕੀਮਤਾਂ ਉਹ ਮਿੱਥ ਤੋਂ ਹੀ ਲਈਆਂ। ਕਹਿੰਦਾ ਸਾਕਾਦਾਰੀ ਪ੍ਰਬੰਧ ਦੀ ਸੰਰਚਨਾਤਮਕ ਸੋਚ ਤੋਂ ਵਿਆਹ ਸ਼ਾਦੀ ਦੇ ਯਥਾਰਥਕ ਪੈਟਰਨ ਸਾਹਮਣੇ ਆਉਂਦੇ ਹਨ। ਠੀਕ ਹੈ, ਸਾਕਾਦਾਰੀ ਪ੍ਰਬੰਧ ਜਿਹਦੇ ਵਿੱਚ ਆਪਾਂ ਕੁਝ ਰਸਮ ਰਿਵਾਜ, ਕੁਛ ਵੀ ਐਸਾ ਜਿਹਦੇ ਨਾਲ ਸਾਨੂੰ ਵਿਆਹ ਦੇ ਨਾਲ ਸੰਬੰਧਿਤ ਜਾਣਕਾਰੀ ਮਿਲਦੀ ਹੈ। ਠੀਕ ਹੈ, ਕਹਿੰਦਾ ਯਥਾਰਥ ਦੀ ਪੱਧਰ ਉੱਪਰ ਇਹਨਾਂ ਤਿੰਨਾਂ ਖੇਤਰਾਂ ਦੇ ਆਪਸੀ ਸੁਮੇਲ ਅਤੇ ਵਿਰੋਧਾਭਾਸੀ ਜੁਗਤ ਨਾਲ ਹੀ ਕਿਸੇ ਨਾ ਕਿਸੇ ਰੂਪ ਵਿੱਚ ਲੋਕ ਯਾਨ ਦੀ ਸਿਰਜਣਾ ਦਾ ਰਾਹ ਖੁੱਲ੍ਹਦਾ ਹੈ। ਹੁਣ ਅਗਲਾ ਪੱਧਰ ਇਹਨਾਂ ਨੇ ਕਿਹੜਾ ਕਿਹਾ? ਯਥਾਰਥ ਦਾ ਪੱਧਰ। ਯਥਾਰਥ ਦਾ ਪੱਧਰ ਇਹਨਾਂ ਤਿੰਨਾਂ ਦੇ ਨਾਲ ਸੰਬੰਧਿਤ ਹੈ, ਜਿਹੜਾ ਕਿ ਅੰਤ ਦੇ ਵਿੱਚ ਸਾਡੀ ਲੋਕਧਾਰਾ ਦਾ ਹਿੱਸਾ ਬਣਨ ਜੋ ਕੁਛ ਨਾ ਕੁਛ ਉਹ ਸਿਰਜ ਦਿੰਦਾ ਹੈ। ਕਹਿੰਦਾ ਕਿਉਂਕਿ ਮਾਨਵੀ ਚੇਤਨਾ ਹੀ ਮਨੁੱਖ ਨੂੰ ਬਾਕੀ ਪ੍ਰਕਿਰਤੀ ਨਾਲੋਂ ਅਲੱਗ ਕਰਦੀ ਹੈ। ਉਸਦੀ ਸੋਚ, ਅਨੁਭਵ ਅਤੇ ਯੋਗ ਕਾਰਜ ਕਰ ਸਕਣ ਦੀ ਸਮਰੱਥਾ ਮਨੁੱਖ ਦੇ ਵਿਕਸਿਤ ਦਿਮਾਗ ਕਰਕੇ ਹੈ, ਜਿਸ ਵਿੱਚ ਮਾਨਸਿਕ ਬਿੰਬ, ਇੰਦਰਿਆਵੀ ਅਨੁਭਵ, ਭਾਵ, ਯਾਦਾਂ, ਸੰਭਾਵਨਾਵਾਂ, ਖਾਹਿਸ਼ਾਂ, ਵਿਸ਼ਵਾਸ, ਸੁਪਨ, ਨਿਸ਼ਾਨੇ, ਚੋਣ, ਚਰਿੱਤਰ ਲੱਛਣ, ਦਲੀਲਬਾਜ਼ੀਆਂ ਅਤੇ ਹੋਰ ਅਨੇਕਾਂ ਗੁਣ ਸ਼ਾਮਲ ਰਹਿੰਦੇ ਹਨ, ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਲੋਕ ਘਰਾਂ ਦਾ ਅੰਗ ਬਣ ਕੇ ਮਨੁੱਖ ਦੇ ਮਨੋਰੰਜਨ ਦਾ ਸਾਧਨ ਤਾਂ ਬਣਦੇ ਹੀ ਹਨ, ਨਾਲ ਨਾਲ ਉਸ ਨੂੰ ਯੋਗ ਫੈਸਲੇ ਲੈਣ ਦੇ ਸਮਰੱਥ ਵੀ ਬਣਾਉਂਦੇ ਹਨ ਅਤੇ ਜੀਵਨ ਲਈ ਸੇਧ ਵੀ ਦਿੰਦੇ ਹਨ। ਲੋਕਧਾਰਾ ਦੀ ਸਿਰਜਣ ਪ੍ਰਕਿਰਿਆ ਨੂੰ ਜੇਕਰ ਅਸੀਂ ਗੌਰ ਨਾਲ ਵੇਖੀਏ ਤਾਂ ਇਹ ਗੱਲ ਸਾਫ਼ ਜ਼ਾਹਿਰ ਹੁੰਦੀ ਹੈ ਕਿ ਲੋਕਾਂ ਦੇ ਇਸ ਵਿਸ਼ਾਲ ਸਮੂਹ ਦੇ ਪਿੱਛੇ ਇੱਕ ਅਜਿਹਾ ਮਨ ਕਾਰਜਸ਼ੀਲ ਰਹਿੰਦਾ ਹੈ ਜਿਹੜਾ ਬਲਵਾਨ ਵਿਚਾਰ ਉਤਪੰਨ ਕਰਦਾ ਹੈ। ਬਿਲਕੁਲ ਸਹੀ ਹੈ। ਜਿਹੜਾ ਸਾਨੂੰ ਕੋਈ ਲੱਗਦਾ ਹੈ ਕਿ ਨਹੀਂ ਵਾਕਈ ਇਹਨੂੰ ਗਿਆਨ ਹੈਗਾ, ਅਸੀਂ ਉਹਦੀ ਉਹ ਗੱਲ ਸੁਣਾਂਗੇ, ਅਤੇ ਸਮਾਜ ਵੀ ਤਾਂ ਇਹੀ ਦੇਖਦਾ ਨਾ ਕਿ ਕਿਹੜਾ ਬੰਦਾ ਹੈ ਜਿਹੜਾ ਵਾਕਈ ਵਧੀਆ ਗੱਲ ਕਰਦਾ ਹੈ, ਉਹਦੀਆਂ ਗੱਲਾਂ ਦੇ ਵਿੱਚ ਪ੍ਰਭਾਵ ਹੈ, ਅਤੇ ਉਸ ਗੱਲ ਨੂੰ ਉਹ ਲੋਕ ਮੰਨਣਾ ਸ਼ੁਰੂ ਕਰ ਦਿੰਦੇ ਆ ਅਤੇ ਉਹ ਸਾਡੀ ਲੋਕਧਾਰਾ ਦਾ ਹਿੱਸਾ ਬਣ ਜਾਂਦੇ ਆ ਵਿਚਾਰ। ਕਹਿੰਦਾ ਉਸ ਵਿਚਾਰ ਨੂੰ ਜੇਕਰ ਲੋਕ ਪ੍ਰਵਾਨਗੀ ਨਹੀਂ ਮਿਲਦੀ ਤਾਂ ਕੋਈ ਹੋਰ ਬਲਵਾਨ ਸੋਚ ਉਸ ਵਿੱਚ ਵਾਧਾ ਘਾਟਾ ਕਰਕੇ ਉਸਨੂੰ ਵੱਖਰੇ ਅੰਦਾਜ਼ ਵਿੱਚ ਕਰਦੀ ਹੈ। ਇੰਝ ਉਹ ਵਿਚਾਰ ਸਮੂਹਕ ਸੋਚ ਦੀ ਟਕਸਾਲ ਉੱਪਰ ਓਨੀ ਦੇਰ ਘੜਿਆ ਜਾਂਦਾ ਰਹਿੰਦਾ ਹੈ ਜਿੰਨੀ ਦੇਰ ਉਹਨਾਂ ਵਿੱਚ ਕਲਾਤਮਕ ਸੱਚ ਦੀ ਚਮਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਸ਼ਹਾਦਤ ਪ੍ਰਤੱਖ ਨਜ਼ਰ ਨਹੀਂ ਆਉਣ ਲੱਗਦੀ। ਇਹ ਸਾਰਾ ਕਾਰਜ ਲੋਕ ਸਮੂਹ ਦੀ ਚੇਤਨਾ ਵਿੱਚ ਆਪ ਮੁਹਾਰਾ ਚੱਲਦਾ ਰਹਿੰਦਾ ਹੈ। ਚੇਤਨਾ ਰਾਹੀਂ ਇਕੱਠੇ ਕੀਤੇ ਗਿਆਨ ਨੂੰ ਹੀ ਬੁੱਧੀ ਕਿਹਾ ਗਿਆ ਹੈ ਅਤੇ ਬੁੱਧੀ ਕੇਵਲ ਮਨੁੱਖ ਦੇ ਅੰਦਰ ਹੀ ਨਹੀਂ ਹੁੰਦੀ, ਸਗੋਂ ਬੁੱਧੀ ਦਾ ਸੰਬੰਧ ਤਾਂ ਕਿਸੇ ਸਮੂਹ ਦੀਆਂ ਸੱਭਿਆਚਾਰਕ ਉਪਜਾਂ, ਮਿੱਥ, ਟੋਟਮ, ਭਾਸ਼ਾ ਅਤੇ ਲੋਕਧਾਰਾ ਵਰਗੀਆਂ ਸੰਰਚਨਾਵਾਂ ਨਾਲ ਹੁੰਦਾ ਹੈ। ਇੰਝ ਲੋਕਧਾਰਾ ਦੇ ਰੂਪ ਲੋਕ ਸਾਹਿਤ ਨੂੰ ਬੁੱਧੀ ਦਾ ਭੰਡਾਰ ਕਿਹਾ ਜਾ ਸਕਦਾ ਹੈ, ਜਿਸ ਤੋਂ ਜਨ ਸਧਾਰਨ ਸੇਧ ਲੈਂਦਾ ਹੈ, ਕਿਉਂਕਿ ਲੋਕਧਾਰਾ ਜਾਂ ਲੋਕ ਯਾਨ ਆਪਣੇ ਆਪ ਵਿੱਚ ਇੱਕ ਅਰਥ ਭਰਪੂਰ ਸੰਵਾਦ ਹੈ। ਇਹ ਇੱਕ ਸੰਪੂਰਨ ਭਾਸ਼ਾਈ ਤੱਥਾਂ ਦੀ ਚਿੰਨ੍ਹਾਤਮਕ ਪ੍ਰਬੰਧ ਹੈ ਅਤੇ ਇਸ ਪ੍ਰਬੰਧ ਵਿੱਚ ਮਾਨਵੀ ਬੁੱਧੀ ਦੀਆਂ ਮਾਨਸਿਕ ਪ੍ਰਕਿਰਿਆਵਾਂ ਨੂੰ ਕਈ ਪੱਧਰਾਂ ਉੱਪਰ ਪੇਸ਼ ਕੀਤਾ ਗਿਆ ਹੁੰਦਾ ਹੈ। ਖਾਸ ਕਰਕੇ ਲੋਕਧਾਰਾ ਦੇ ਰੂਪ ਲੋਕ ਸਾਹਿਤ ਦੇ ਲੋਕ ਕਾਵਿ ਪ੍ਰਬੰਧ ਅਤੇ ਲੋਕ ਵਾਰਤਕ ਵਰਤਾਂਤ ਪ੍ਰਬੰਧ ਨੇ ਆਪਣੇ ਤਰੀਕੇ ਨਾਲ ਜੀਵਨ ਦੇ ਬਹੁਪੱਖੇ ਅੰਤਰ ਅਨੁਸ਼ਾਸਨਿਕ ਖਿਲਾਰ ਨੂੰ ਇੱਕ ਕ੍ਰਮ ਪ੍ਰਬੰਧ ਦੀ ਤਰਤੀਬ ਵਿੱਚ ਢਾਲ ਕੇ ਪੇਸ਼ ਕੀਤਾ ਹੁੰਦਾ ਹੈ। ਚਲੋ, ਲੋਕਧਾਰਾ ਦਾ ਰੂਪ ਕਿਹਨੂੰ ਕਿਹਾ ਇਹਨਾਂ ਨੇ? ਲੋਕ ਸਾਹਿਤ ਨੂੰ। ਅਤੇ ਲੋਕ ਸਾਹਿਤ ਲੋਕਾਂ ਦੀ ਬੁੱਧੀ ਦਾ ਭੰਡਾਰ ਹੈ, ਕਿਉਂਕਿ ਜੋ ਉਹਨਾਂ ਦੀ ਬੁੱਧੀ ਕਹਿੰਦੀ ਹੈ ਉਹੋ ਜਿਹੀਆਂ ਉਹ ਕਹਾਣੀਆਂ ਘੜਦੇ ਆ, ਉਹੋ ਜਿਹੇ ਉਹ ਗੀਤ ਗਾਉਂਦੇ ਆ, ਉਹੋ ਜਿਹੇ ਉਹਨਾਂ ਦੇ ਅਖਾਣ ਹੁੰਦੇ ਆ, ਉਹੋ ਜਿਹੇ ਉਹਨਾਂ ਦੇ ਵਿਸ਼ਵਾਸ ਹੁੰਦੇ ਆ,
ਜਿੰਨੇ ਅਸੀਂ +1 ਦੇ ਵਿੱਚ ਪੰਜਾਬੀ ਦੇ ਵਿੱਚ ਪੜ੍ਹਿਆ, ਲੋਕ ਗੀਤਾਂ ਦੇ ਵਿੱਚ ਆਪਾਂ ਸੁਹਾਗ ਪੜ੍ਹਿਆ, ਘੋੜੀਆਂ ਪੜ੍ਹੀਆਂ, ਅਲਾਉਣੀਆਂ ਪੜ੍ਹੀਆਂ, ਠੀਕ ਹੈ, ਅਤੇ ਟੱਪੇ ਅਤੇ ਸਿੱਠਣੀਆਂ ਪੜ੍ਹੀਆਂ। ਉਹ ਕੀ ਹੈ, ਉਹ ਲੋਕਾਂ ਦੀ ਸੋਚ ਨੂੰ ਦੱਸਦੇ ਆ ਕਿ ਉਹ ਕੀ ਕਰਦੇ ਹੁੰਦੇ ਸੀਗੇ ਉਸ ਵੇਲੇ, ਕੀ ਸੋਚਦੇ ਸੀਗੇ, ਉਹ ਕਿੱਦਾਂ ਦੇ ਉਹਨਾਂ ਦੇ ਵਿਚਾਰ ਹੁੰਦੇ ਸੀਗੇ, ਠੀਕ ਹੈ। ਕਹਾਣੀਆਂ ਦੇ ਵਿੱਚ ਵੀ ਆਪਾਂ ਮਿੱਥ ਵੀ ਪੜ੍ਹੀਆਂ, ਪਰੀ ਕਥਾਵਾਂ ਵੀ ਪੜ੍ਹੀਆਂ ਅਤੇ ਦੰਤ ਕਥਾਵਾਂ ਵੀ ਪੜ੍ਹੀਆਂ। ਉਹਨਾਂ ਤੋਂ ਵੀ ਲੋਕਾਂ ਦੇ ਵਿਚਾਰਾਂ ਦਾ ਪਤਾ ਲੱਗਦਾ ਹੈ, ਕਿੱਦਾਂ ਦੀ ਬੁੱਧੀ ਸੀਗੀ ਉਹਨਾਂ ਦੀ, ਕੀ ਸੋਚਦੇ ਸੀਗੇ ਉਹ। ਅੱਗੇ ਕੀ ਕਹਿੰਦਾ, ਡਾਰਵਿਨ ਦੇ ਵਿਕਾਸ ਦੇ ਸਿਧਾਂਤ ਤੋਂ ਪਹਿਲਾਂ ਧਰਤੀ ਦੇ ਸਾਰੇ ਮਨੁੱਖਾਂ ਸਾਹਮਣੇ ਇਹ ਸਵਾਲ ਇੱਕ ਸਮੱਸਿਆ ਦੇ ਰੂਪ ਵਿੱਚ ਖੜਾ ਸੀ ਕਿ ਆਖਰ ਮਨੁੱਖ ਧਰਤੀ ਉੱਪਰ ਆਇਆ ਕਿੱਥੋਂ। ਇਹ ਇੱਕ ਤੋਂ ਹੋਂਦ ਵਿੱਚ ਆਇਆ ਜਾਂ ਦੋਹਾਂ ਦੇ ਸੁਮੇਲ ਤੋਂ। ਕਿਸੇ ਨੇ ਕਿਹਾ, ਖੁਦਾ ਨੇ ਕਿਹਾ ਹੋ ਜਾ, ਤੇ ਉਹ ਹੋ ਗਿਆ। ਹੁਣ ਇਹ ਵੀ ਲੋਕਾਂ ਦੇ ਵਿਚਾਰ ਹੈ, ਸਵਾਲ ਤਾਂ ਹੈਗਾ ਹੀ ਆ ਵਾਕਈ ਕਿ ਇਨਸਾਨ ਕਿੱਥੋਂ ਆਇਆ। ਕਹਿੰਦਾ ਕਿਸੇ ਨੇ ਕਿਹਾ, ਖੁਦਾ ਨੇ ਕਿਹਾ ਹੋ ਜਾ, ਤੇ ਉਹ ਹੋ ਗਿਆ। ਇਸ ਤਰ੍ਹਾਂ ਕਹਿੰਦਾ ਇਨਸਾਨ ਆ ਗਿਆ। ਕੋਈ ਆਦਮ, ਹਵਾ, ਸ਼ੈਤਾਨ ਅਤੇ ਅਦਨ ਦੇ ਬਾਗ ਦੀ ਗੱਲ ਕਰਦੇ ਹਨ। ਗੁਰਬਾਣੀ ਵਿੱਚ ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ ਦਾ ਵਿਚਾਰ ਹੈ। ਪਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਮਨੁੱਖ ਨੇ ਆਪਣੀ ਚੇਤਨਾ ਦੁਆਰਾ ਇਸ ਅਹਿਮ ਸਵਾਲ ਨੂੰ ਕਿਵੇਂ ਗ੍ਰਹਿਣ ਕੀਤਾ ਅਤੇ ਇਸ ਦਾ ਜਵਾਬ ਲੋਕਧਾਰਾ ਵਿੱਚ ਕਿਵੇਂ ਦਿੱਤਾ। ਸਾਡੇ ਲੋਕ ਪੰਜਾਬੀ ਕੀ ਮੰਨਦੇ ਆ, ਇਸ ਬਾਰੇ ਲੇਖਕ ਦੱਸਦਾ ਹੈ। ਮਨੁੱਖ ਦੇ ਧਰਤੀ ਉੱਪਰ ਆਉਣ ਬਾਰੇ ਜਿਹੜੀ ਮਿੱਥ ਮੈਨੂੰ ਪੰਜਾਬੀ ਵਿੱਚ ਮਿਲੀ ਹੈ, ਉਹ ਸੰਖੇਪ ਵਿੱਚ ਇੰਝ ਹੈ। ਹੁਣ ਜੋਗਿੰਦਰ ਸਿੰਘ ਕੈਰੋਂ ਨੇ ਜਿੱਥੋਂ ਵੀ ਇਹ ਸਾਰਾ ਕੁਛ ਇਕੱਠਾ ਕੀਤਾ, ਉਹਨੂੰ ਇਹ ਇੱਕ ਕਹਾਣੀ ਮਿਲਦੀ ਆ, ਜਿਹਨੂੰ ਇੱਥੇ ਉਹ ਲਿਖਦਾ। ਕਹਿੰਦਾ ਰੱਬ ਨੇ ਸਭ ਤੋਂ ਪਹਿਲਾਂ ਮਿੱਟੀ ਦਾ ਘੋੜਾ ਬਣਾਇਆ ਅਤੇ ਉਸ ਵਿੱਚ ਜਾਨ ਪਾ ਦਿੱਤੀ। ਘੋੜੇ ਨੂੰ ਜਦੋਂ ਰੱਬ ਨੇ ਚੁੰਗੀਆਂ ਭਰਦੇ ਦੌੜਦੇ ਵੇਖਿਆ ਤਾਂ ਉਸਨੇ ਸੋਚਿਆ ਇੱਕ ਅਜਿਹੀ ਚੀਜ਼ ਬਣਾਉਣੀ ਚਾਹੀਦੀ ਹੈ ਜਿਹੜੀ ਘੋੜੇ ਉੱਪਰ ਸਵਾਰੀ ਕਰੇ। ਰੱਬ ਨੇ ਮਿੱਟੀ ਦਾ ਬੰਦਾ ਬਣਾਉਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਨਾਰਦ ਸ਼ੈਤਾਨ ਨੇ ਘੋੜੇ ਨੂੰ ਦੱਸ ਦਿੱਤਾ ਕਿ ਤੇਰੇ ਉੱਪਰ ਸਵਾਰੀ ਕਰਨ ਲਈ ਬੰਦਾ ਬਣਾ ਰਿਹਾ ਹੈ। ਰੱਬ ਸਾਰਾ ਦਿਨ ਬੁੱਤ ਬਣਾਉਂਦਾ ਰਿਹਾ ਕਰੇ ਅਤੇ ਘੋੜਾ ਰਾਤ ਨੂੰ ਆਣ ਕੇ ਉਹ ਬੁੱਤ ਢਾਹ ਦਿਆ ਕਰੇ। ਰੱਬ ਨੇ ਸੋਚਿਆ ਹੁਣ ਕੀ ਕੀਤਾ ਜਾਏ। ਉਸਨੇ ਬੰਦੇ ਦੇ ਬੁੱਤ ਦੇ ਢਿੱਡ ਵਿੱਚੋਂ, ਜਿੱਥੇ ਹੁਣ ਧੁੰਨੀ ਹੈ, ਥੋੜ੍ਹੀ ਜਿਹੀ ਮਿੱਟੀ ਕੱਢ ਲਈ ਅਤੇ ਉਸ ਮਿੱਟੀ ਦਾ ਕੁਝ ਹੋਰ ਬਣਾਉਣ ਲੱਗਾ। ਜਦ ਉਹ ਜੀਵ ਬਣ ਗਿਆ ਤਾਂ ਰੱਬ ਨੇ ਉਸ ਵਿੱਚ ਜਾਨ ਪਾ ਦਿੱਤੀ ਅਤੇ ਇਹ ਜੀਵ ਸੀ ਕੁੱਤਾ। ਹੁਣ ਜਦ ਵੀ ਘੋੜਾ ਬੰਦੇ ਦੇ ਬੁੱਤ ਨੂੰ ਢਾਉਣ ਆਉਂਦਾ ਤਾਂ ਕੁੱਤਾ ਘੋੜੇ ਨੂੰ ਪਹਿਚਾਂਦਾ ਅਤੇ ਘੋੜਾ ਡਰਦਾ ਦੂਰੋਂ ਹੀ ਦੌੜ ਜਾਂਦਾ। ਇੰਝ ਇਸ ਛੋਟੀ ਜਿਹੀ ਲੋਕ ਕਹਾਣੀ ਨਾਲ ਬਹੁਤ ਸਾਰੇ ਉਹਨਾਂ ਪ੍ਰਸ਼ਨਾਂ ਦੇ ਹੱਲ ਢੂੰਡ ਲਏ ਜਿਹੜੇ ਅਜੇ ਵਿਗਿਆਨ ਨੇ ਉਹਨਾਂ ਨੂੰ ਨਹੀਂ ਸਨ ਦਿੱਤੇ। ਆਪਣੀ ਚੇਤਨਾ ਦੇ ਪੱਧਰ ਉੱਪਰ ਉਸਨੇ ਬੰਦੇ ਦੇ ਧਰਤੀ ਉੱਪਰ ਆਉਣ ਦੇ ਪ੍ਰਸ਼ਨ ਨੂੰ ਲੋਕਧਾਰਾਈ ਜੁਗਤੀ ਨਾਲ ਹੱਲ ਕਰਕੇ ਉਹ ਇਸ ਗੁੰਝਲ ਤੋਂ ਸੁਰਖਰੂ ਹੋ ਗਿਆ। ਉਹ ਕੇਵਲ ਮਨੁੱਖ ਦੀ ਹੋਂਦ ਦੇ ਪ੍ਰਸ਼ਨ ਤੋਂ ਹੀ ਸੁਰਖਰੂ ਨਹੀਂ ਹੋਇਆ, ਸਗੋਂ ਹੋਰ ਅਨੇਕਾਂ ਪ੍ਰਸ਼ਨਾਂ ਤੋਂ ਵੀ ਵਿਹਲਾ ਹੋ ਗਿਆ। ਜਿਵੇਂ ਇਹ ਲੋਕਾਂ ਨੇ ਕਹਾਣੀਆਂ ਬਣਾਈਆਂ ਹੋਈਆਂ ਆਪਣੇ ਆਪ ਨੂੰ ਤਸੱਲੀ ਦੇਣ ਦੇ ਲਈ। ਜਿਵੇਂ ਮੈਂ ਬਚਪਨ ਦੇ ਵਿੱਚ ਸੁਣਿਆ ਸੀਗਾ ਕਿ ਬੱਚੇ ਕਹਾਣੀਆਂ ਬਣਾਉਂਦੇ ਰਹਿੰਦੇ ਹੁੰਦੇ ਸੀਗੇ ਕਿ ਜਿੱਥੇ ਧਰਤੀ ਦਾ ਕਿਨਾਰਾ ਆਉਂਦਾ ਨਾ ਤਾਂ ਉੱਥੋਂ ਬੰਦਾ ਡਿੱਗ ਜਾਂਦਾ। ਇਹ ਧਰਤੀ ਦਾ ਵੀ ਇੱਕ ਕਿਨਾਰਾ ਹੁੰਦਾ ਅਤੇ ਉੱਥੋਂ ਬੰਦਾ ਡਿੱਗ ਸਕਦਾ ਨੀਚੇ, ਅਤੇ ਬੜਾ ਖੌਫਨਾਕ ਲੱਗਦਾ ਹੁੰਦਾ ਸੀਗਾ ਕਿ ਕਿਤੇ ਭੱਜਦੇ ਐਵੇਂ ਕਿਨਾਰਾ ਕਨੂਰਾ ਆ ਗਿਆ ਤਾਂ ਫਿਰ ਤਾਂ ਆਪਾਂ ਡਿੱਗ ਜਾਵਾਂਗੇ, ਹੈ ਨਾ, ਫਿਰ ਕੀ ਹੋਊਗਾ ਸਾਡਾ। ਇਹ ਹੈ ਨਾ, ਇਹੋ ਜਿਹੀਆਂ ਗੱਲਾਂ। ਜਿਵੇਂ ਹੁਣ ਇਹ ਜਿਨ੍ਹਾਂ ਤੋਂ ਬੱਚਿਆਂ ਤੋਂ ਮੈਨੂੰ ਪਤਾ ਲੱਗੀ ਉਹਨਾਂ ਨੂੰ ਵੀ ਕਿਤਿਓਂ ਪਤਾ ਲੱਗੀ ਹੋਣੀ। ਇਹ ਕਿਹੜਾ ਹੁਣ ਦੀ ਗੱਲ ਚੱਲਦੀ ਹੋਣੀ ਹੈ, ਪਤਾ ਨਹੀਂ ਕਿਹੜੇ ਸਮੇਂ ਦੀ ਚੱਲਦੀ ਆਈ ਹੋਣੀ ਹੈ। ਕਹਿੰਦਾ ਕਿਹੜੇ ਹੋਰ ਪ੍ਰਸ਼ਨਾਂ ਦੇ ਹੱਲ ਲੱਭੇ। ਬੰਦਾ ਧਰਤੀ ਉੱਤੇ ਕਿਵੇਂ ਆਇਆ, ਕੁੱਤਾ ਬੰਦੇ ਦਾ ਇੰਨਾ ਵਫਾਦਾਰ ਕਿਉਂ ਹੈ, ਬੰਦੇ ਦੀ ਧੁੰਨੀ ਕਿਵੇਂ ਬਣੀ, ਕੁੱਤੇ ਦਾ ਰੱਬ ਨੇ ਰਿਜ਼ਕ ਕਿਉਂ ਨਹੀਂ ਲਿਖਿਆ, ਹਰ ਬੰਦਾ ਰੋਟੀ ਖਾਣ ਵੇਲੇ ਕੁੱਤੇ ਨੂੰ ਬੁਰਕੀ ਕਿਉਂ ਪਾਉਂਦਾ ਹੈ, ਕੁੱਤਾ ਚੌਂਕਾ ਸੁੰਘ ਕੇ ਹੀ ਤਸੱਲੀ ਕਿਉਂ ਕਰ ਲੈਂਦਾ ਹੈ, ਕੁੱਤੇ ਵਿੱਚ ਸਿਦਕ ਕਿਉਂ ਹੈ, ਰਾਤ ਨੂੰ ਪਿੰਡ ਵਿੱਚ ਕੁੱਤੇ ਰੋਣ ਦੇ ਕੀ ਅਰਥ ਹਨ, ਕੁੱਤੇ ਨੂੰ ਫਰਿਸ਼ਤੇ ਕਿਉਂ ਦਿਸਦੇ ਹਨ, ਘੋੜੇ ਨੂੰ ਫਰਿਸ਼ਤੇ ਕਿਉਂ ਮੰਨਿਆ ਜਾਂਦਾ ਹੈ, ਘੋੜੇ ਕੁੱਤੇ ਕੋਲੋਂ ਕਿਉਂ ਵਧੇਰੇ ਡਰਦੇ ਹਨ, ਕੁੱਤੇ ਨੂੰ ਬੰਦੇ ਦਾ ਰਾਖਾ ਕਿਉਂ ਕਿਹਾ ਜਾਂਦਾ ਹੈ, ਬੰਦੇ ਨੂੰ ਮਿੱਟੀ ਦਾ ਬੁੱਤ ਕਿਉਂ ਕਹਿੰਦੇ ਹਨ। ਸੋ ਇਸ ਤਰ੍ਹਾਂ ਸਾਡੀ ਚੇਤਨਾ ਦਾ ਸੰਬੰਧ ਸਾਡੀ ਲੋਕਧਾਰਾ ਦੇ ਨਾਲ ਹੈ। ਅਸੀਂ ਆਪਣੀ ਬੁੱਧੀ ਦਾ ਪ੍ਰਯੋਗ ਕੀਤਾ, ਜੋ ਵੀ ਸਾਨੂੰ ਸਮੱਸਿਆਵਾਂ ਲੱਗੀਆਂ, ਜੋ ਵੀ ਸਾਨੂੰ ਪ੍ਰਕਿਰਤੀ ਦੇ ਵਿੱਚ ਲੱਗਿਆ,
ਅਸੀਂ ਉਹਨਾਂ ਦਾ ਹੱਲ ਆਪਣੇ ਹਿਸਾਬ ਦੇ ਨਾਲ ਕੱਢ ਲਿਆ। ਕਿਸੇ ਸਮਝਦਾਰ ਬੰਦੇ ਨੇ ਇਹੋ ਜਿਹੀ ਗੱਲ ਕਰ ਦਿੱਤੀ, ਅਸੀਂ ਸਾਰਿਆਂ ਨੇ ਉਹਨੂੰ ਮੰਨ ਲਿਆ। ਅੱਜ ਦੇ ਲਈ ਇੰਨਾ, ਬਾਕੀ ਕੱਲ੍ਹ ਆਪਾਂ ਇਹਨੂੰ ਲੇਖ ਨੂੰ ਪੂਰਾ ਕਰ ਲਾਂਗੇ। ਅਤੇ ਇਹਦਾ ਅਗਲਾ ਭਾਗ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੇਣਾ, ਅਤੇ ਉੱਥੋਂ ਤੁਸੀਂ ਅਗਲਾ ਪਾਰਟ ਸੁਣ ਸਕਦੇ ਹੋ। ਅਗਰ ਇਹ ਵੀਡੀਓ ਕਿਸੇ ਵੀ ਤਰ੍ਹਾਂ ਤੁਹਾਡੇ ਲਈ ਲਾਹੇਵੰਦ ਹੋਵੇ ਤਾਂ ਇਸ ਨੂੰ ਜ਼ਰੂਰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।